सत श्री अकाल, आदाब, नमस्कार। पहला तो मैं एक शेर ना शुरू करदा है। वागे दे आर पार ही नहीं पंजाब बसदा, वागे दे आर पार ही नहीं पंजाब बसदा, जिथे पंजाबी बसदे है पंजाब उत्थे ही बसदा है। अज टोरंटो विच पंजाब बसिया होया है। बलजीत सिंह, रोर फॉर चेंज दा प्रेजिडेंट प्रोग्राम डायरैक्टर। थोड़ा जिहा रोर फॉर चेंज के बारे दसांगे। साडी संस्था बोथ यूएस ता इंडिया विच काम कर रही है। साडा फोकस हैगा कम्यूनिटी, एनवायरनमेंट ते एजुकेशन ते। कम्यूनिटी ले असी बेसिकली जिथे भी डिजास्टर होंदा है असी बढ़ चढ़ के जिन्नी क असी सहायता कर सकते हैं करते हैं। एग्जाम्पल्स तुहानूं दे रहे हैं, जिद्दां गुजरात च अर्थक्वेक आया सीगा, असी उत्थे पहुंचे। फिर उत्तराखंड च जदों फ्लड्स आए सी तदों असी बढ़ चढ़ के साथ दिता लोकां दा उत्थे। चेन्नई दे फ्लड्स, जापान च अर्थक्वेक आया हैगा। हुण जद दा कोविड आउटब्रेक होया हैगा, असी फ्री फूड फॉर सीनियर्स 60 तो उपर और एनीबडी विद स्पैशल नीड्स असी डैलस फोर्ट वर्थ एरिया जब दा कोविड होया तद दे असी फ्री बरता रहे हैं। असी ये एक अद्धी मील नहीं है, ये बल्कि पूरे 3 हफ्तिਆਂ ਦੀ ग्रोसरी हैगी है ਜਿਹੜੀ ਅਸੀਂ ਖਰੀਦਦੇ ਹੈਗੇ ਆ, प्लस ਉਹਨਾਂ ਦੇ ਘਰ ਦੇ ਡੋਰ ਸਟੈਪਸ ਤੇ ਉਹਨਾਂ ਨੂੰ ਜਾ ਕੇ ਛੱਡ ਕੇ ਆਉਂਦੇ ਹੈਗੇ ग्रोसरी ਨੂੰ। ਇਹ ਜਦ ਦਾ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਹੈਗਾ, ਅਸੀਂ 1000 ਤੋਂ ਉੱਪਰ ਡਿਲੀਵਰੀਆਂ ਕਰ ਚੁੱਕੇ ਹੈਗੇ ਹੈ। ਤਾਂ ਇਹ ਸਾਡਾ ਉਪਰਾਲਾ ਡੈਲਸ ਵਿੱਚ ਹੈਗਾ। ਸੋ ਇਹ ਛੋਟਾ ਜਿਹਾ ਉਪਰਾਲਾ ਸੀ। ਕੋਵਿਡ ਹਾਲੇ ਘਟ ਗਿਆ ਹੈਗਾ, ਬਟ ਅਸੀਂ ਫਿਰ ਵੀ ਇਹ ਜਿਹੜੀ ਸਰਵਿਸ ਹੈਗੀ ਹੈ ਸਪੋਰਟਿੰਗ ਆਵਰ ਸੀਨੀਅਰਸ ਅਸੀਂ ਕਰਦੇ ਰਵਾਂਗੇ। ਬਜ਼ੁਰਗਾਂ ਦੀ ਸੇਵਾ ਕਰਦੇ ਰਵਾਂਗੇ। ਸਾਨੂੰ ਕਾਲਾਂ ਆਉਂਦੀਆਂ ਰਹਿ ਰਹੀਆਂ ਹੈ ਤਾਂ ਅਸੀਂ ਜਿੱਦਾਂ ਜਿੱਦਾਂ ਕਾਲਾਂ ਆ ਰਹੀਆਂ ਅਸੀਂ ਡਿਲੀਵਰੀਆਂ ਫ੍ਰੀ ਡਿਲੀਵਰੀਜ਼ ਕਰ ਰਹੇ ਹੈਗੇ ਆ। बल्कि 2020 ਚ ਫੈਬਰੀ 21 ਤਾਂ 22 ਅਸੀਂ ਆਪਣੀ ਪਹਿਲੀ ਕਾਨਫਰੰਸ ਕੀਤੀ ਸੀ ਜਗਤ ਪੰਜਾਬੀ ਸਭਾ ਨਾਲ ਰਲ ਕੇ। PCWA ਪੰਜਾਬੀ ਕਲਚਰ ਐਂਡ ਵੈਲਫੇਅਰ ਐਸੋਸੀਏਸ਼ਨ ਨਾਲ ਰਲ ਕੇ ਅਸੀਂ ਨਵੀਂ ਮੁੰਬਈ ਬੇਲਾਪੁਰ ਵਿੱਚ ਪੰਜਾਬ ਦੇ ਪ੍ਰਿੰਸੀਪਲਸ, ਵਾਈਸ ਪ੍ਰਿੰਸੀਪਲਸ ਤਾਂ ਕੁਝ ਚਾਂਸਲਰਸ ਨੂੰ ਲੈ ਕੇ ਆਏ ਸੀਗੇ। ਇਹ ਸਾਡਾ ਉਪਰਾਲਾ ਸੀਗਾ ਕਿ ਜਿਹੜੇ ਆਪਣੇ ਐਜੂਕੇਸ਼ਨ ਫੈਕਲਟੀ ਮੈਂਬਰਸ ਹੈਗੇ ਪੰਜਾਬ ਦੇ, ਉਹਨਾਂ ਨੂੰ ਪੰਜਾਬ ਤੋਂ ਬਾਹਰ ਕੱਢ ਕੇ ਨਿਊ ਬੰਬੇ 'ਚ ਲੈ ਕੇ ਆਇਆ ਜਾਏ ਤਾਂ ਉਹਨਾਂ ਨੂੰ ਬਾਹਰਲੇ ਇੰਟਰਨੈਸ਼ਨਲ ਲੈਵਲ ਦੇ ਅਸੀਂ ਸਪੀਕਰਸ ਲੈ ਕੇ ਆਏ ਸੀ। ਕੁਝ ਇੱਧਰੋਂ ਬਿਜ਼ਨਸਮੈਨ ਲੈ ਕੇ ਆਏ ਸੀ। ਸੁਜੈਸਟ ਕੀਤਾ ਸੀ ਕਿ ਕੁਝ ਆਪਾਂ ਐਜੂਕੇਸ਼ਨ 'ਚ ਰਿਫਾਰਮ ਕੀਤਾ ਜਾਏ। ਸਾਡਾ ਜਗਤ ਪੰਜਾਬੀ ਸਭਾ ਨਾਲ ਇੱਥੇ ਸਾਥ ਜੁੜਿਆ ਹੈਗਾ, ਤਾਂ ਉਹਨਾਂ ਦੇ ਨਾਲ ਹੀ ਹੁਣ ਰਲ ਕੇ ਅਸੀਂ ਕਈ ਕੰਮ ਕਰ ਰਹੇ, ਉਪਰਾਲੇ ਚੱਕ ਰਹੇ ਹੈਗੇ ਆ। ਮੈਨੂੰ ਬੜੀ ਖੁਸ਼ੀ ਹੈ ਕਿ ਅਸੀਂ ਜਗਤ ਪੰਜਾਬੀ ਸਭਾ ਨਾਲ ਜੁੜ ਕੇ ਕਈ ਉਪਰਾਲੇ ਚੱਕ ਰਹੇ ਹੈਗੇ ਆ। ਤਾਂ ਪਹਿਲਾਂ ਤਾਂ ਮੈਂ ਜਗਤ ਪੰਜਾਬੀ ਸਭਾ ਤਾਂ ਜਿਹੜੇ ਸਾਰੇ ਫੈਕਲਟੀਜ਼, ਪ੍ਰਿੰਸੀਪਲਸ, ਵਾਈਸ ਚਾਂਸਲਰਸ ਪੰਜਾਬ ਤੋਂ ਇੱਕ ਹਿੰਮਤ ਕਰਕੇ ਟੋਰਾਂਟੋ ਪਹੁੰਚੇ ਹੈ, ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਤਾਂ ਬਹੁਤ ਬਹੁਤ ਵਧਾਈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਕੁਝ ਸਿੱਖ ਕੇ, ਕੁਝ ਸਿਖਾ ਕੇ ਵਾਪਸ ਪੰਜਾਬ ਜਾਣ। ਜੋ ਤੁਸੀਂ ਇੱਥੇ ਸਿੱਖਿਆ ਹੈਗਾ ਉੱਥੇ ਜਾ ਕੇ ਇੰਪਲੀਮੈਂਟ ਕਰਨ। ਮੇਰੀ ਰੋਰ ਫॉर ਚੇਂਜ ਵੱਲੋਂ ਇਹੀ ਰਿਕੁਐਸਟ ਰਹੂਗੀ ਕਿ ਜਿਹੜੀ ਤੁਸੀਂ ਪੂੰਜੀ ਇੱਥੇ ਬੰਨ ਕੇ ਲੈ ਕੇ ਜਾ ਰਹੇ ਹੋ ਇਹਨੂੰ ਹਿੰਮਤ ਕਰਕੇ ਇੰਪਲੀਮੈਂਟ ਕਰਿਓ, ਕਿਉਂਕਿ ਕੋਈ ਵੀ ਆਈਡੀਆ सक्सैसफुल ਤਾਂ ਹੀ ਹੁੰਦਾ ਹੈ ਜੇ ਅਸੀਂ ਆਪਣੀ ਹਿੰਮਤ ਕਰਕੇ ਉਹਨੂੰ ਇੰਪਲੀਮੈਂਟ ਕੀਤਾ ਜਾਏ। ਸੋ ਚੱਠਾ ਸਾਹਿਬ ਨੇ ਮੇਰੀ ਡਿਊਟੀ ਲਾਈ ਸੀ ਕਿ ਮੈਂ ਕੁਝ ਐਜੂਕੇਸ਼ਨ ਰਿਫਾਰਮਸ ਤੇ ਗੱਲ ਕਰਾਂ। ਤਾਂ ਮੈਂ ਜਿਹੜੀ ਆਪਣੀ ਸੁਝਾਅ ਹੈਗੇ ਆ ਦੋ ਪਾਸੋਂ ਡਿਵਾਈਡ ਕੀਤੇ ਹੈਗੇ ਆ। ਪਹਿਲਾ ਸੈਕਸ਼ਨ ਮੇਰਾ ਹੈਗਾ, ਮੈਂ ਗਲੋਬਲ ਕੇਸ ਸਟੱਡੀਜ਼ ਤੁਹਾਨੂੰ ਦੱਸੂਗਾ। 2-3 ਗਲੋਬਲ ਕੇਸ ਸਟੱਡੀਜ਼ ਗਲੋਬਲੀ ਕੀ ਹੋਇਆ, ਕਿੱਦਾਂ ਐਜੂਕੇਸ਼ਨ ਰਿਫਾਰਮਸ ਲਿਆਏ ਗਏ ਹੈ। ਫਿਰ ਜਿਹੜਾ ਸੈਕੰਡ ਸੈਕਸ਼ਨ ਹੈਗਾ ਉਹਦੇ ਵਿੱਚ ਮੈਂ 5 ਨੁਕਤੇ ਮੈਂ ਕੱਢੇ ਆ ਜਿਹੜੇ ਵੈਰੀ ਬੇਸਿਕ ਹੈਗੇ ਆ। ਉਹ ਬੇਸਿਕ ਨੁਕਤਿਆਂ ਤੇ ਆਪਾਂ ਫੋਕਸ ਕਰੀਏ ਤਾਂ ਆਪਾਂ ਪੰਜਾਬ ਵਿੱਚ ਇੱਕ ਨਿਊ ਐਜੂਕੇਸ਼ਨ ਰਿਫਾਰਮ ਲਿਆ ਸਕਦੇ ਹੈਗੇ ਆ। ਪਹਿਲਾ ਐਗਜ਼ਾਮਪਲ ਹੈਗਾ ਵੀਅਤਨਾਮ ਦਾ। ਇਹ ਇੱਕ ਛੋਟੀ ਜੀ ਕੰਟਰੀ ਹੈਗੀ ਹੈ
ਜਿਹਦੀ ਪੋਪੂਲੇਸ਼ਨ 10 ਕਰੋੜ ਤੋਂ ਵੀ ਘੱਟ ਹੈਗੀ ਹੈ। ਸੋ ਉਹਨਾਂ ਨੇ ਬੇਸਿਕਲੀ ਇੱਕ ਐਜੂਕੇਸ਼ਨਲ ਰਿਫਾਰਮ ਤੇ ਫੋਕਸ ਕੀਤਾ 2012 ਤੋਂ। ਇਹ ਐਸੈਂਸ਼ਲੀ ਫੋਕਸ ਕੀਤਾ ਹੈਗਾ ਕਿ ਕਿੱਦਾਂ ਅਸੀਂ ਛੋਟੇ ਛੋਟੇ ਸਿੰਪਲ ਟਾਸਕਸ ਹੈਗੇ ਆ, ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਟਾਸਕ ਨੂੰ ਕੰਪਲੈਕਸ ਟਾਸਕ ਦੇ ਅੰਦਰ ਅਪਲਾਈ ਕੀਤਾ ਜਾਵੇ। ਆਪਾਂ ਜਿਸ ਤਰ੍ਹਾਂ ਸਲੋਪ ਮੈਥਮੈਟਿਕਸ ਸਿੱਖਦੇ ਹਾਂ, ਆਪਾਂ ਸਿਰਫ ਸਲੋਪ ਦੇ ਫਾਰਮੂਲੇ ਹੀ ਸਿੱਖਣ ਤੇ ਰਹਿ ਜਾਂਦੇ ਆ, ਬਲਕਿ ਆਪਾਂ ਇਹ ਸਿੱਖਣਾ ਚਾਹੀਦਾ ਕਿ ਇਹ ਸਲੋਪ ਦੇ ਫਾਰਮੂਲੇ ਕਿੱਥੇ ਅਪਲਾਈ ਹੁੰਦੇ ਆ ਤਾਂ ਕਿਸ ਤਰ੍ਹਾਂ ਅਪਲਾਈ ਹੁੰਦੇ ਆ। ਤਾਂ ਇਹ ਛੋਟਾ ਜਿਹਾ ਐਗਜ਼ਾਮਪਲ ਹੈਗਾ ਵੀਅਤਨਾਮ ਦੀ ਕੰਟਰੀ। ਇਹ ਸੈਕੰਡ ਐਗਜ਼ਾਮਪਲ ਦਊਂਗਾ, ਮੈਕਸੀਕੋ ਇੱਕ ਛੋਟਾ ਜਿਹਾ ਕੰਟਰੀ ਹੈਗਾ ਅਮਰੀਕਾ ਤੋਂ ਥੱਲੇ ਜਾ ਕੇ। ਇਹਦੀ ਪੋਪੂਲੇਸ਼ਨ 13 ਕਰੋੜ ਤੋਂ ਘੱਟ ਹੈਗੀ ਹੈ। ਤਾਂ ਇਹਨਾਂ ਨੇ ਬੇਸਿਕਲੀ ਰਿਫਾਰਮ ਕਿੱਦਾਂ ਲਿਆਇਆ ਕਿ ਪੇਰੈਂਟਸ ਨੂੰ ਇਨਵੋਲਵ ਕੀਤਾ ਹੈਗਾ, ਪੇਰੈਂਟਸ ਨੂੰ ਓਨਰਸ਼ਿਪ ਦਿੱਤੀ ਹੈਗੀ ਹੈ, ਨਾ ਕਿ ਬਲਕਿ ਰਿਸੋਰਸਿਸ। ਉਹਨਾਂ ਤੋਂ ਸੁਣਿਆ ਸਮਝਿਆ ਕਿ ਕਿੱਦਾਂ ਅਸੀਂ ਐਜੂਕੇਸ਼ਨ 'ਚ ਰਿਫਾਰਮ ਲੈ ਕੇ ਆਇਆ ਜਾਏ। ਉਹਦਾ ਰਿਜ਼ਲਟ ਇਹ ਆਇਆ ਹੈਗਾ ਕਿ ਰੈਪੀਟੀਸ਼ਨ ਗ੍ਰੇਡ ਲੈਵਲ ਫੇਲੀਅਰ ਮੈਕਸੀਕੋ ਦੇ ਬੱਚਿਆਂ 'ਚ ਬਹੁਤ ਘਟ ਗਿਆ ਹੈਗਾ। ਤੀਜਾ ਐਗਜ਼ਾਮਪਲ ਜੇ ਦੇਖਣਾ ਚਾਹੇ ਤਾਂ ਫਿਨਲੈਂਡ ਇੱਕ ਬਹੁਤ ਵਧੀਆ ਐਗਜ਼ਾਮਪਲ ਹੈਗਾ। ਇਹ ਛੋਟੀ ਜਿਹੀ ਯੂਰਪ 'ਚ ਕੰਟਰੀ ਹੈਗੀ ਆ, 55 ਲੱਖ ਟੋਟਲ ਪੋਪੂਲੇਸ਼ਨ ਹੈਗੀ ਹੈ, 1 ਕਰੋੜ ਤੋਂ ਵੀ ਘੱਟ ਹੈਗੀ ਹੈ। तो उन्होंने किस तरह बेसिकली एजुकेशन रिफॉर्म लिया गया है, इस टीचर्स ते फोकस किया गया है, टीचर्स की ट्रेनिंग ते फोकस किया गया है। सारे जिहड़े टीचर्स हैगे एजुकेशन डिपार्टमेंट जिहड़े जुड़े हैगे आ, वो सारे 3 साल की हाई क्वालिटी ट्रेनिंग उन्होंने मिलती हैगी है। तो वो ट्रेनिंग भी एवं छोटी मोटी नहीं है, इट इज़ ए वेरी हाई क्वालिटी ट्रेनिंग। जे आप सीखना है कि किहड़ी किस लेवल की ट्रेनिंग आप फैकल्टी मैंबरस नूं दिता जाए, तो प्लीज़ आपां नूं चाहिदा है कि 3-4 टीचर्स नूं आपां भेजीए फिनलैंड। जे तुहानूं जरूरत है, मैं सहायता कर सकदा अगे आके पूरा वो ऑर्गेनाइज कर ले। हुण मैं बेसिकली जिहड़ियां केस स्टडीज़ ਨੂੰ ਹੁਣ ਅੱਗੇ ਵਧਾਇਆ ਜਾਏ ਕਿ ਕੀ ਆਪਾਂ ਸੁਜੈਸਟ ਕੀਤਾ ਜਾਏ, ਕੀ ਰਿਫਾਰਮ ਪੰਜਾਬ ਲਈ ਜ਼ਰੂਰੀ ਹੈਗਾ ਹੈ। ਤਾਂ 5 ਰਿਫਾਰਮ ਮੈਂ ਸੁਜੈਸਟ ਕਰੂੰਗਾ ਰੋਰ ਫॉर ਚੇਂਜ ਵੱਲੋਂ। ਇਹ 5 ਰਿਫਾਰਮ ਬਹੁਤ ਜ਼ਰੂਰੀ ਹੈਗੇ ਆ। ਇਹ 5 ਰਿਫਾਰਮਸ ਬੇਸਿਕ ਲੈਵਲ ਦੇ ਹੈਗੇ ਰਿਫਾਰਮਸ ਜਿਹੜੇ ਐਜੂਕੇਸ਼ਨ ਨੂੰ ਅੱਗੇ ਵਧਾਉਗੇ। ਸੋ ਪਹਿਲਾ ਹੈ ਕਿ give teachers more say in the policy। ਅੱਜ ਕੀ ਹੋ ਰਿਹਾ ਹੈ ਕਿ ਜਿਹੜੇ policy makers ਹੈਗੇ ਆ ਉਹ educationists ਨਹੀਂ ਹੈ। So policies should be driven by teachers। ਜੇ policy makers ਦੀ educationist ਨਹੀਂ ਹੈ ਤਾਂ minimum ਆਪਾਂ ਇੱਕ ਬਾਰ ਰੱਖੀਏ ਕਿ ਉਹ policy makers ਸਾਡੇ 50 ਸਕੂਲਸ ਦਾ ਵਿਜ਼ਿਟ ਕਰਨ policy ਲਿਖਣ ਤੋਂ ਪਹਿਲਾਂ, ਉਹਨਾਂ ਦੇ ਪੇਨ ਸਮਝਣ, ਤਾਂ ਹੀ ਤਾਂ ਉਹ ਬੈਟਰ ਪਾਲਿਸੀ ਲਿਖ ਪਾਓਗੇ। ਸੋ ਜੇ ਆਪਾਂ ਟੀਚਰਸ ਤੋਂ ਸੁਣੀਏ ਰਿਫਾਰਮ ਕੀ ਚਾਹੀਦਾ, ਸਾਨੂੰ ਸਾਰੀ ਇਨਫੋਰਮੇਸ਼ਨ ਉਹਨਾਂ ਕੋਲ ਹੈਗੀ ਹੈ, ਬਟ ਜਿਹੜੇ ਰਿਫਾਰਮਿਸਟ ਹੈਗੇ ਆ, ਪਾਲਿਸੀ ਮੇਕਰਸ ਹੈਗੇ ਆ, ਉਹ ਗਰਾਊਂਡ ਲੈਵਲ ਤੇ ਨਹੀਂ ਜਾਂਦੇ। ਸੋ ਬਹੁਤ ਜ਼ਰੂਰੀ ਹੈ ਜਿਹੜੇ ਪਾਲਿਸੀ ਮੇਕਰਸ ਜਿਨ੍ਹਾਂ ਨੇ ਪਾਲਿਸੀ ਲਿਖਣੀ ਹੈ, ਭਾਵੇਂ ਉਹ IAS ਆਫਿਸਰ ਹੋਣ, ਭਾਵੇਂ ਉਹ ਪੋਲੀਟੀਸ਼ੀਅਨ ਹੋ, ਉਹਨਾਂ ਨੂੰ ਇੱਕ ਆਪਾਂ ਰਿਕੁਆਇਰਮੈਂਟ ਦਈਏ ਕਿ 50 ਸਕੂਲ ਪਹਿਲਾਂ ਵਿਜ਼ਿਟ ਕਰਨ, ਫਿਰ ਪੈਨ ਚੱਕਣ ਕੋਈ ਪਾਲਿਸੀ ਲਿਖਣ ਲਈ। ਸੈਕੰਡ ਸੁਝਾਅ ਹੈਗਾ ਕਿ ਗਿਵ ਟੀਚਰਸ ਮੋਰ ਕਲਾਸਰੂਮ ਆਟੋਨੋਮੀ। ਆਪਾਂ ਜਿਹੜਾ ਹਰੇਕ ਸਕੂਲ ਦੇ ਨਾ ਕਲਾਸ ਮਟੀਰੀਅਲਸ ਡਿਕਟੇਟ ਕੀਤੇ ਜਾਂਦੇ ਕਿ ਤੁਸੀਂ ਉਹੀ ਕਲਾਸ ਮਟੀਰੀਅਲ ਯੂਜ਼ ਕਰਨਾ ਹੈ, ਉਸ ਤੋਂ ਬਾਅਦ ਤੁਸੀਂ ਕੁਝ ਕਲਾਸ ਮਟੀਰੀਅਲ ਯੂਜ਼ ਨਹੀਂ ਕਰ ਸਕਦੇ। ਬਟ ਇੱਥੇ ਸੁਝਾਅ ਹੈ ਕਿ ਮਟੀਰੀਅਲ ਮਾਰਕੀਟ ਵਿੱਚ ਬਹੁਤ ਹੈਗਾ। ਸੋ ਬੇਸਿਕ ਮਟੀਰੀਅਲ ਤੁਸੀਂ ਸਕੂਲ ਇੰਸਟੀਟਿਊਸ਼ਨਸ ਉਹਨਾਂ ਨੂੰ ਸੁਜੈਸਟ ਕਰੇ, ਆਹ ਬੇਸਿਕ ਮਟੀਰੀਅਲ ਹੈ ABCD। ਇਹ ਤੋਂ ਇਲਾਵਾ ਜੋ ਤੁਸੀਂ ਲੈ ਕੇ ਆਉਣਾ ਹੈ ਕਲਾਸਰੂਮ 'ਚ, ਉਹ ਤੁਹਾਨੂੰ ਖੁੱਲੀ ਛੁੱਟੀ ਹੈ। ਸੋ ਇਹ ਫਰੀडम ਤਾਂ ਟੀਚਰ ਨੂੰ ਦੇਣਾ ਚਾਹੀਦਾ, ਬਿਕੋਜ਼ ਟੀਚਰ ਐਟ ਏ ਗਰਾਊਂਡ ਲੈਵਲ ਬੱਚਿਆਂ ਦੇ ਸਾਹਮਣੇ ਉਹਨਾਂ ਦਾ ਕੈਲੀਬਰ ਜਾਣਦੀ ਹੈ। ਤਾਂ ਟੀਚਰ ਟੂਲਸ ਮਾਰਕੀਟ ਵਿੱਚੋਂ ਪਿਕਅਪ ਕਰ ਸਕਦੀ ਹੈ ਕਿ ਕਿਹੜੇ ਟੂਲਸ ਬੈਟਰ ਹੈ। ਜੇ ਟੀਚਰਸ ਨੂੰ ਟੂਲਸ ਅਵੇਲੇਬਲ ਨਹੀਂ ਹੈ, ਆਪਾਂ ਇੱਕ ਸੈਪਰੇਟ ਏਜੰਡਾ ਰੱਖੀਏ ਕਿ ਉਹ ਟੀਚਰਸ ਨੂੰ ਟੂਲਸ ਐਂਡ ਟੈਕਨੀਕਸ ਮਾਰਕੀਟ 'ਚ ਕੀ ਅਵੇਲੇਬਲ ਹੈ
ਤਾਂ ਉਹ ਸਿਖਾਇਆ ਜਾਏ। ਜਿਹੜਾ ਤੀਜਾ ਰਿਫਾਰਮ ਸੁਜੈਸ਼ਨ ਹੈਗੀ ਹੈ ਕਿ ਇੰਪਰੂਵ ਟੀਚਰ ਟ੍ਰੇਨਿੰਗ ਪ੍ਰੋਗਰਾਮਸ। ਇਹ ਮੈਂ ਵੁੱਡ ਸੁਜੈਸਟ ਕਿ ਇਹ ਬਹੁਤ ਜ਼ਰੂਰੀ ਹੈਗਾ, ਕਿਉਂਕਿ ਟੈਕਨੋਲੋਜੀ ਕਾਫੀ ਚੇਂਜ ਹੋਈ ਜਾ ਰਹੀ ਹੈ। ਤਾਂ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਟੀਚਰਸ ਤੇ ਫੋਕਸ ਕਰੀਏ। ਉਹਨਾਂ ਨੂੰ ਜਿਸ ਤਰ੍ਹਾਂ ਫਿਨਲੈਂਡ ਆਪਣੀ ਟੀਚਰਸ ਤੇ ਇੰਨਾ ਇਨਵੈਸਟ ਕਰਦਾ ਹੈ, ਕਿਉਂਕਿ ਉਹਨਾਂ ਦੇ ਥਰੂ ਹੀ ਅਗਲਾ ਨੇਸ਼ਨ ਬਿਲਡ ਹੋ ਰਿਹਾ ਹੈਗਾ। ਅਸੀਂ ਵੀ ਆਪਾਂ ਨੂੰ ਆਪਣੀ ਟੀਚਰਸ ਦੀ ਟ੍ਰੇਨਿੰਗ ਦੇ ਉੱਪਰ ਫੋਕਸ ਕਰਨਾ ਹੈ। ਮੈਂ ਕਈ ਸਕੂਲ ਕਾਲਜਸ ਲੈਵਲ ਤੇ ਦੇਖੇ ਹੈਗੇ ਆ, ਟੀਚਰਸ ਨੂੰ ਆਊਟਲੁੱਕ ਤੇ ਰਿਪਲਾਈ ਕਰਨਾ ਨਹੀਂ ਆਉਂਦਾ। ਤਾਂ ਇਹ ਤਾਂ ਬੇਸਿਕ ਚੀਜ਼ਾਂ ਹੈਗੀਆਂ, ਆਊਟਲੁੱਕ, ਐਕਸੈਲ, ਮਾਈਕਰੋਸੌਫਟ, ਪਾਵਰ ਪੁਆਇੰਟ। ਇਹ ਆਪਾਂ ਕੋਈ ਗੱਲ ਨਹੀਂ ਜੇ ਨਹੀਂ ਆਉਂਦਾ, ਬਟ ਆਪਾਂ ਅੱਗੇ ਦੇਖੀਏ, ਆਪਾਂ ਫੋਕਸ ਕਰੀਏ ਕਿ ਇਹਨਾਂ ਨੂੰ ਟ੍ਰੇਨਿੰਗ ਕਿਸ ਤਰ੍ਹਾਂ ਦੇਣੀ ਹੈਗੀ ਹੈ, ਸੋ ਇਹ ਅੱਗੇ ਐਕਸੈਲ ਕੀਤਾ ਜਾਏ। ਇਹ ਬਹੁਤ ਜ਼ਰੂਰੀ ਹੈਗਾ ਇਸ ਵਕਤ। ਚੌਥਾ ਸੁਜੈਸ਼ਨ ਸੁਝਾਵ ਹੈ ਕਿ ਇੰਪਰੂਵ ਟੀਚਰਸ ਪੇ ਸਕੇਲ। ਜਦੋਂ ਮੈਂ ਵਿਜ਼ਿਟ ਕਰਦਾ ਹਾਂ ਸਕੂਲਸ, ਯੂਨੀਵਰਸਿਟੀ ਲੈਵਲਸ ਤੋਂ, ਮੈਨੂੰ ਤਾਂ ਸ਼ਰਮ ਆਉਂਦੀ ਹੈ ਥੋੜੀ ਬਹੁਤ ਕਿ ਬਈ ਇਹ ਜਾਣ ਕੇ ਕਿ ਆਪਣੇ ਸਾਡੇ ਟੀਚਰਸ ਨੂੰ ਕਿੰਨੀ ਪੇਮੈਂਟ ਦਿੱਤੀ ਜਾਂਦੀ ਹੈਗੀ ਆ। ਸੋ ਮੈਂ ਕਿਸੇ ਤੇ ਉਂਗਲੀ ਨਹੀਂ ਚੱਕ ਰਿਹਾ, ਬਟ ਆਪਾਂ ਜੇ ਟੀਚਰਸ ਆਪਣਾ ਟਾਈਮ ਤਾਂ ਆਪਣੀ એનર્ਜੀ ਪਾ ਰਹੇ ਹੈਗੇ ਆ, ਉਹ ਕੰਟਰੀ ਤਾਂ ਸਟੇਟ ਦਾ ਭਵਿੱਖ ਹੈਗੇ ਆ, ਉਹ ਕੰਟਰੀ ਦਾ ਸਟੇਟ ਨੂੰ ਮੋਲਡ ਕਰ ਰਹੇ ਹੈਗੇ ਆ। ਆਪਾਂ ਉਹਨਾਂ ਨੂੰ ਕੋਈ ਮਿਲੀਨੀਅਰ ਬਿਲੀਨੀਅਰ ਨਹੀਂ ਬਣਾਉਣਾ। ਆਪਾਂ ਨੂੰ ਬੇਸਿਕਲੀ ਫੋਕਸ ਕਰੀਏ ਕਿ ਐਟਲੀਸਟ ਇੰਡਸਟਰੀ ਸਟੈਂਡਰਡਸ ਜਿਹੜੇ ਪ੍ਰਾਈਵੇਟ ਹੈਗੇ ਉੱਥੇ ਤਾਂ ਲਿਆਈਏ। ਆਪਾਂ ਬੇਸਿਕ ਪੇ ਹੀ ਨਹੀਂ ਦੇ ਪਾ ਰਹੇ ਹੈਗੇ ਆ। ਸੋ ਮੇਰੀ ਰਿਕੁਐਸਟ ਇਹੀ ਹੈ ਕਿ ਆਪਾਂ ਜੇ ਬਿਲਡ ਕਰਨਾ ਹੈ ਪੰਜਾਬ ਨੂੰ, ਬਾਕੀ ਪ੍ਰੋਗਰਾਮਸ ਤੋਂ ਪੈਸਾ ਆਪਾਂ ਟੀਚਰਸ ਦੇ ਪੇ ਗ੍ਰੇਡਸ ਨੂੰ ਇੰਪਰੂਵ ਕੀਤਾ ਜਾਵੇ। ਪੰਜਵਾਂ ਤਾਂ ਮੋਸਟ ਇੰਪੋਰਟੈਂਟ ਬੱਚੇ ਨੂੰ ਦੇਖ ਕੇ, ਕਿਉਂਕਿ ਹਰੇਕ ਬੱਚੇ ਦਾ ਕੈਲੀਬਰ ਸਿੱਖਣ ਦਾ ਅਲੱਗ-ਅਲੱਗ ਹੁੰਦਾ ਹੈ। ਕੁਝ ਬੱਚੇ ਪਿੱਛੇ ਰਹਿ ਜਾਂਦੇ ਹੈ। ਤੋ ਅਸੀਂ ਯੂਐਸ ਵੱਲ ਦੇਖੀਏ ਤਾਂ ਉਹ ਕਿਸ ਤਰ੍ਹਾਂ ਕਰ ਰਹੇ ਆ। ਯੂਐਸ ਵਿੱਚ ਉਹ ਕਹਿੰਦੇ ਨਾ, ਉਹਨਾਂ ਦੀ ਮਿਲਟਰੀ 'ਚ ਹੈਗਾ ਨੈਵਰ ਲੀਵ ਅ ਮੈਨ ਬਿਹਾਈਂਡ। ਤਾਂ ਇਦਾਂ ਹੀ ਉਹ ਐਜੂਕੇਸ਼ਨ 'ਚ ਵੀ ਹੈ, ਨੈਵਰ ਲੀਵ ਅ ਕਿਡ ਬਿਹਾਈਂਡ। ਸੋ ਜੇ ਕੋਈ ਬੱਚਾ ਗ੍ਰੇਡ ਲੈਵਲ ਪਿੱਛੇ ਪੈ ਰਿਹਾ ਹੈਗਾ, ਤਾਂ ਸਕੂਲ ਤੋਂ ਬਾਅਦ ਐਟ ਨੋ ਕਾਸਟ ਸਕੂਲ ਉਹਨਾਂ ਨੂੰ ਟਿਊਟਰਿੰਗ ਕਰਾਉਂਦਾ ਹੈਗਾ। ਸੋ ਇਹ ਸਕੂਲ ਦੀ ਰਿਸਪੌਂਸਿਬਿਲਿਟੀ ਹੋ ਜਾਂਦੀ ਹੈ ਕਿ ਕਿਸੇ ਬੱਚੇ ਨੂੰ ਪਿੱਛੇ ਨਾ ਛੱਡੀਏ। ਹਰੇਕ ਬੱਚੇ ਨੂੰ ਆਪਾਂ ਜਿੰਨੀ ਮਰਜ਼ੀ ਸਪੋਰਟ ਦਿੱਤੀ ਜਾਏ, ਉਹ ਦਿੱਤੀ ਜਾਏ ਐਜੂਕੇਸ਼ਨ ਲੈਵਲ ਤੇ। ਇਹ ਸਾਡੇ 5 ਸੁਝਾਅ ਹੈਗੇ ਆ ਰੋਰ ਫॉर ਚੇਂਜ ਵੱਲੋਂ। ਮੈਂ ਬਲਜੀਤ ਸਿੰਘ, ਰੋਰ ਫॉर ਚੇਂਜ ਵੱਲੋਂ ਸਾਰੇ ਜਿਹੜੇ ਫੈਕਲਟੀ ਮੈਂਬਰਸ ਹੈਗੇ ਆ, ਟੀਚਰਸ, ਪ੍ਰਿੰਸੀਪਲਸ, ਵਾਈਸ ਚਾਂਸਲਰਸ ਜਿਹੜੇ ਟੋਰਾਂਟੋ ਪਹੁੰਚੇ ਹੈ, ਇਹ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਤੁਸੀਂ ਕੁਝ ਸਿੱਖੋ ਤਾਂ ਕੁਝ ਸਿਖਾਓ। ਆਓ ਮੈਂ ਤੁਹਾਨੂੰ ਸਾਰਿਆਂ ਨੂੰ ਜਗਤ ਪੰਜਾਬੀ ਸਭਾ ਦੇ ਨਾਲ ਰਲ ਕੇ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਤਾਂ ਵਿਸ਼ ਯੂ ਆਲ ਦ ਬੈਸਟ। ਥੈਂਕ ਯੂ।